प्यारे विद्यार्थियों, प्यार भरी सत श्री अकाल। मैं नरेश शर्मा, साइंस मास्टर, सरकारी सीनियर सैकेंडरी स्कूल कुलार, ਜ਼ਿਲ੍ਹਾ ਫਾਜ਼ਿਲਕਾ ਤੋਂ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ 7ਵੀਂ ਜਮਾਤ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਪੌਦਿਆਂ ਵਿੱਚ ਪੋਸ਼ਣ, ਯਾਨੀ ਕਿ ਨਿਊਟ੍ਰੀਸ਼ਨ ਇਨ ਪਲਾਂਟਸ। ਇਹ ਤੁਹਾਡਾ ਪਹਿਲੀ ਚੈਪਟਰ ਦਾ ਫਸਟ ਚੈਪਟਰ, ਤੁਹਾਡੇ ਸਿਲੇਬਸ ਦਾ ਫਸਟ ਚੈਪਟਰ ਵੀ ਹੈ। ਸੋ ਆਪਣੇ ਅੱਜ ਦੇ ਇਸ ਟੌਪਿਕ ਦਾ ਕੀ ਨਾਮ ਹੈ? ਅੱਜ ਦੇ ਇਸ ਟੌਪਿਕ ਦਾ ਨਾਮ ਹੈ ਪੌਦਿਆਂ ਵਿੱਚ ਪੋਸ਼ਣ, ਜਾਂ ਆਪਾਂ ਇਸ ਨੂੰ ਇੰਗਲਿਸ਼ ਵਿੱਚ ਕਹਿ ਸਕਦੇ ਹਾਂ ਨਿਊਟ੍ਰੀਸ਼ਨ ਇਨ ਪਲਾਂਟ। ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦਾ ਟੌਪਿਕ ਸ਼ੁਰੂ ਕਰੀਏ, ਆਓ ਪਹਿਲਾਂ ਆਪਾਂ ਆਪਣੇ ਪਾਠ ਦੇ ਉਦੇਸ਼ ਵੇਖ ਲਈਏ, ਆਪਣੇ ਪਾਠ ਦੇ ਆਬਜੈਕਟਿਵਸ ਵੇਖ ਲਈਏ ਕਿ ਅੱਜ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਸਿੱਖਣ ਜਾ ਰਹੇ ਹਾਂ, ਕੀ ਪੜ੍ਹਨ ਜਾ ਰਹੇ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੌਦਿਆਂ ਵਿੱਚ ਪੋਸ਼ਣ ਵਿਧੀ ਬਾਰੇ ਪੜ੍ਹਾਂਗੇ। ਅੱਜ ਅਸੀਂ ਆਪਣੇ ਇਸ ਪਾਠ ਦੇ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਯਾਨੀ ਕਿ ਫੋਟੋਸਿੰਥੇਸਿਸ ਬਾਰੇ ਪੜ੍ਹਾਂਗੇ। ਆਪਣੇ ਪਾਠ ਦੇ ਵਿੱਚ ਅੱਜ ਆਪਾਂ ਅੱਗੇ ਪੌਦਿਆਂ ਵਿੱਚ ਪੋਸ਼ਣ ਦੀਆਂ ਹੋਰ ਵਿਧੀਆਂ ਕਿਹੜੀਆਂ-ਕਿਹੜੀਆਂ ਹਨ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ, ਅਤੇ ਅੱਜ ਆਪਾਂ ਆਪਣੇ ਇਸ ਪਾਠ ਦੇ ਵਿੱਚ ਮ੍ਰਿਤ ਆਹਾਰੀ ਜੀਵਾਂ ਬਾਰੇ ਵੀ ਗੱਲਬਾਤ ਕਰਾਂਗੇ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਪਾਠ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਸਮਝੋਗੇ, ਔਰ ਮੈਂ ਤੁਹਾਨੂੰ ਇੱਕ ਰਿਕੁਐਸਟ ਵੀ ਕਰਾਂਗਾ, ਬੇਨਤੀ ਕਰਾਂਗਾ ਕਿ ਜੋ ਚੀਜ਼ਾਂ ਇੰਪੋਰਟੈਂਟ ਨੇ ਉਹ ਤੁਸੀਂ ਆਪਣੇ ਕਾਪੀ ਦੇ ਵਿੱਚ ਨੋਟ ਕਰ ਲਓ, ਤਾਂ ਕਿ ਤੁਹਾਨੂੰ ਬਾਅਦ ਵਿੱਚ ਸਮਝਣ ਦੇ ਵਿੱਚ ਆਸਾਨੀ ਹੋ ਜਾਵੇ। ਆਓ ਆਪਾਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦਾ ਪਾਠ। ਪਿਆਰੇ ਵਿਦਿਆਰਥੀਓ, ਤੁਸੀਂ ਨੋਟ ਕੀਤਾ ਹੋਣਾ, ਤੁਸੀਂ ਵੇਖਿਆ ਹੋਣਾ ਕਿ ਜਦੋਂ ਆਪਾਂ ਕੋਈ ਵੀ ਆਪਾਂ ਜਿੰਦਾ ਰਹਿਣ ਦੇ ਵਾਸਤੇ ਜਿਹੜਾ ਹੈ ਭੋਜਨ ਕਰਦੇ ਹਾਂ, ਕਿਉਂਕਿ ਪੌਦੇ ਵੀ ਕੀ ਹਨ, ਸੰਜੀਵ ਹਨ, ਉਹਨਾਂ ਨੂੰ ਵੀ ਆਪਣੇ ਜਿੰਦਾ ਰਹਿਣ ਦੇ ਲਈ, ਆਪਣੇ ਵਾਧੇ ਦੇ ਲਈ, ਗਰੋ ਕਰਨ ਦੇ ਲਈ ਕਿਸ ਦੀ ਲੋੜ ਹੁੰਦੀ ਹੈ? ਭੋਜਨ ਦੀ ਲੋੜ ਹੁੰਦੀ ਹੈ, ਪੋਸ਼ਣ ਦੀ ਲੋੜ ਹੁੰਦੀ ਹੈ। ਜਿਵੇਂ ਆਪਾਂ ਤੁਸੀਂ ਭੋਜਨ ਖਾਂਦੇ ਹੋ, ਕੁਝ ਭੋਜਨ ਖਾਂਦੇ ਹੋ, ਉਸੇ ਤਰੀਕੇ ਦੇ ਨਾਲ ਜਿਹੜੇ ਪੌਦੇ ਹੁੰਦੇ ਹਨ, ਪੌਦਿਆਂ ਨੂੰ ਵੀ ਵਧਣ ਵਾਸਤੇ ਅਤੇ ਆਪ ਨੂੰ ਵਾਧਾ ਕਰਨ ਵਾਸਤੇ, ਆਪਦੇ ਆਪ ਨੂੰ ਜ਼ਿੰਦਾ ਰੱਖਣ ਦੇ ਵਾਸਤੇ ਪੋਸ਼ਣ ਦੀ ਲੋੜ ਹੁੰਦੀ ਹੈ, ਭੋਜਨ ਦੀ ਲੋੜ ਹੁੰਦੀ ਹੈ। ਸੋ ਆਪਾਂ ਅੱਜ ਇਹ ਵੇਖਾਂਗੇ ਕਿ ਪੌਦਿਆਂ ਦੇ ਵਿੱਚ ਪੋਸ਼ਣ ਕੀ ਹੁੰਦਾ ਹੈ, ਪੌਦੇ ਆਪਣਾ ਭੋਜਨ ਕਿਵੇਂ ਬਣਾਉਂਦੇ ਹਨ, ਔਰ ਉਹ ਕਿਵੇਂ ਆਪਣਾ ਭੋਜਨ ਗ੍ਰਹਿਣ ਕਰਦੇ ਹਨ, ਉਸ ਬਾਰੇ ਆਪਾਂ ਅੱਜ ਇਸ ਪਾਠ ਵਿੱਚ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਵੇਖ ਲਈਏ ਕਿ ਆਪਣੇ ਪੋਸ਼ਣ ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ। ਆਪਣੇ ਜਿਹੜੇ ਪੋਸ਼ਣ ਦੇ ਮੋਡਸ ਆਫ ਨਿਊਟ੍ਰੀਸ਼ਨ, ਯਾਨੀ ਕਿ ਕਿਹੜੇ ਤਰੀਕੇ ਦੇ ਨਾਲ ਪੋਸ਼ਣ ਹੁੰਦਾ ਹੈ, ਪੋਸ਼ਣ ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਹਨ, ਉਹਨਾਂ ਬਾਰੇ ਆਪਾਂ ਆਓ ਉਹਨਾਂ ਦੇ ਚਾਨਣਾ ਪਾ ਲਈਏ। ਫਿਰ ਆਪਾਂ ਅੱਗੇ ਇਹਨਾਂ ਨੂੰ ਡਿਟੇਲ ਦੇ ਵਿੱਚ ਆਪਾਂ ਵਿਸਤਾਰਪੂਰਵਕ ਇਹਨਾਂ ਦੀ ਗੱਲਬਾਤ ਆਪਾਂ ਕਰਾਂਗੇ। ਸੋ ਪੋਸ਼ਣ ਦੀਆਂ ਬੇਸਿਕਲੀ ਦੋ ਵਿਧੀਆਂ ਹਨ। ਪਹਿਲੀ ਵਿਧੀ ਹੈ ਸਵੈ-ਪੋਸ਼ੀ ਔਰ ਦੂਜੀ ਵਿਧੀ ਹੈ ਪਰਪੋਸ਼ੀ। ਸਵੈ-ਪੋਸ਼ੀ, ਸਵੈ ਮਤਲਬ ਆਪਣੇ ਆਪ, ਪੋਸ਼ੀ ਮਤਲਬ ਪੋਸ਼ਣ। ਪਿਆਰੇ ਵਿਦਿਆਰਥੀਓ, ਜੋ ਸਜੀਵ ਆਪਣਾ ਭੋਜਨ ਖੁਦ ਬਣਾਉਂਦੇ ਹਨ, ਆਪਣੇ ਆਪ ਬਣਾਉਂਦੇ ਹਨ, ਯਾਨੀ ਕਿ ਉਹ ਆਪਣੇ ਭੋਜਨ ਦੇ ਲਈ ਕਿਸੇ ਹੋਰ ਸਜੀਵ ਉੱਤੇ ਨਿਰਭਰ ਨਹੀਂ ਕਰਦੇ, ਉਹ ਕਿਹੜੀ ਕੈਟਾਗਰੀ ਦੇ ਵਿੱਚ ਆ ਜਾਂਦੇ ਹਨ? ਉਹ ਕੈਟਾਗਰੀ ਦੇ ਵਿੱਚ ਆ ਜਾਂਦੇ ਹਨ ਸਵੈ-ਪੋਸ਼ੀ ਕੈਟਾਗਰੀ ਦੇ ਵਿੱਚ ਆ ਜਾਂਦੇ ਹਨ। ਅੰਗਰੇਜ਼ੀ ਦੇ ਵਿੱਚ ਇਸ ਨੂੰ ਅਸੀਂ ਆਟੋਟ੍ਰੋਫਿਕ ਨਿਊਟ੍ਰੀਸ਼ਨ ਕਹਿੰਦੇ ਹਾਂ, ਯਾਨੀ ਕਿ ਆਪਣੇ ਆਪ। ਸਵੈ ਮਤਲਬ ਤੁਸੀਂ ਨਾਮ ਤੋਂ ਹੀ ਸਮਝ ਗਏ ਹੋਵੋਗੇ ਕਿ ਸਵੈ ਦਾ ਮਤਲਬ ਆਪਣੇ ਆਪ, ਪੋਸ਼ੀ ਦਾ ਮਤਲਬ ਪੋਸ਼ਣ। ਜੋ ਸਜੀਵ ਆਪਣਾ ਪੋਸ਼ਣ ਆਪਣੇ ਆਪ ਕਰਦੇ ਹਨ, ਯਾਨੀ ਕਿ ਕਿਸੇ ਹੋਰ ਸਜੀਵ ਉੱਤੇ ਨਿਰਭਰ ਨਹੀਂ ਕਰਦੇ, ਉਹਨਾਂ ਨੂੰ ਸਵੈ-ਪੋਸ਼ੀ ਕਿਹਾ ਜਾਂਦਾ ਹੈ। ਜਿਵੇਂ ਕਿ ਆਪਣੇ ਪੌਦੇ, ਤੁਸੀਂ ਵੇਖਿਆ ਹੋਣਾ ਕਿ ਪੌਦੇ ਜਿਹੜਾ ਹੈ ਉਹ ਆਪਣਾ ਭੋਜਨ ਆਪ ਬਣਾਉਂਦੇ ਹਨ, ਉਹ ਕਿਸੇ ਹੋਰ ਚੀਜ਼ 'ਤੇ ਨਿਰਭਰ ਨਹੀਂ ਕਰਦੇ। ਸੋ ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਹਨ, ਉਹ ਕਿਹੜੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ? ਉਹ ਸਵੈ-ਪੋਸ਼ੀ ਦੇ ਸ਼੍ਰੇਣੀ ਵਿੱਚ ਆਉਂਦੇ ਹਨ। ਜਦਕਿ ਦੂਜੇ ਪਾਸੇ ਕੁਝ ਸਜੀਵ ਅਜਿਹੇ ਹੁੰਦੇ ਹਨ ਜੋ ਆਪਣੇ ਪੋਸ਼ਣ ਦੇ ਲਈ ਦੂਜੇ ਜੀਵਾਂ ਦੇ ਉੱਤੇ ਜਾਂ ਦੂਜੇ ਸਜੀਵਾਂ ਦੇ ਉੱਪਰ ਨਿਰਭਰ ਕਰਦੇ ਹਨ, ਦੂਜੇ
ਉਹਨਾਂ ਨੂੰ ਅਸੀਂ ਕਿਸ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ? ਉਸ ਨੂੰ ਅਸੀਂ ਪਰਪੋਸ਼ੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ। ਇੱਥੇ ਇੱਕ ਗੱਲ ਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ। ਇੱਥੇ ਇਸ ਦਾ ਮਤਲਬ ਇਹ ਨਹੀਂ ਕਿ ਮੰਨ ਲਓ ਉਦਾਹਰਨ ਦੇ ਤੌਰ ਤੇ ਕਿ ਤੁਸੀਂ ਖਾਣਾ, ਤੁਸੀਂ ਸੋਚਦੇ ਹੋਵੋਗੇ ਕਿ ਮੈਂ ਤਾਂ ਖਾਣਾ ਜੀ ਖੁਦ ਬਣਾਉਣਾ, ਮੈਂ ਤਾਂ ਰੋਟੀ ਖੁਦ ਬਣਾਉਣਾ, ਜਾਂ ਮੈਂ ਤਾਂ ਆਪ ਆਟਾ ਗੁੰਨ ਕੇ ਆਪ ਹੀ ਰੋਟੀ ਬਣਾ ਲੈਣਾ, ਤਾਂ ਮੈਂ ਵੀ ਸਵੈਪੋਸ਼ੀ ਦੇ ਵਿੱਚ ਆ ਜਾਵਾਂਗਾ। ਨਹੀਂ, ਬਿਲਕੁਲ ਨਹੀਂ ਆਓਗੇ ਤੁਸੀਂ ਸਵੈਪੋਸ਼ੀ ਦੇ ਵਿੱਚ। ਤੁਸੀਂ ਖਾਣਾ ਬਣਾ ਤਾਂ ਰਹੇ ਹੋ, ਲੇਕਿਨ ਤੁਸੀਂ ਕਿਸ ਤੇ ਨਿਰਭਰ ਕਰ ਰਹੇ ਹੋ? ਤੁਸੀਂ ਦੂਸਰੇ ਸਜੀਵਾਂ ਉੱਤੇ ਨਿਰਭਰ ਕਰ ਰਹੇ ਹੋ ਜਾਂ ਤੁਸੀਂ ਪੌਦਿਆਂ ਉੱਤੇ ਨਿਰਭਰ ਕਰ ਰਹੇ ਹੋ। ਤਾਂ ਤੁਸੀਂ ਸਵੈਪੋਸ਼ੀ ਨਹੀਂ ਹੋ। ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਹੋ? ਪਰਪੋਸ਼ੀ ਕੈਟਾਗਰੀ ਦੇ ਵਿੱਚ ਆਪਾਂ ਫੋਲ ਕਰਦੇ ਹਾਂ। ਸੋ ਕਹਿਣ ਦਾ ਭਾਵ ਇਹ ਹੈ ਕਿ ਦੋ ਤਰ੍ਹਾਂ ਦੀ ਆਪਾਂ ਕੈਟਾਗਰੀ ਦੇਖੀਆਂ, ਮੋਸ਼ਨ ਵਿਧੀਆਂ ਦੇਖੀਆਂ। ਕਿਹੜੀ ਕਿਹੜੀ ਵਿਧੀ ਹੈ? ਇੱਕ ਹੈ ਸਵੈਪੋਸ਼ੀ ਔਰ ਦੂਜੀ ਹੈ ਪਰਪੋਸ਼ੀ, ਯਾਨੀ ਕਿ ਇੱਕ ਹੁੰਦਾ ਹੈ ਆਟੋਟ੍ਰੋਫਿਕ ਨਿਊਟ੍ਰੀਸ਼ਨ, ਇੱਕ ਹੁੰਦਾ ਹੀਟਰੋਟ੍ਰੋਫਿਕ ਨਿਊਟ੍ਰੀਸ਼ਨ। ਮਤਲਬ ਦੂਜਿਆਂ ਤੇ ਜੋ ਨਿਰਭਰ ਕਰਦੇ ਹਨ, ਦੂਜੇ ਸਜੀਵਾਂ ਤੇ ਜੋ ਨਿਰਭਰ ਕਰਦੇ ਹਨ, ਉਹ ਪਰਪੋਸ਼ੀ ਵਿੱਚ ਆ ਜਾਂਦੇ ਹਨ। ਔਰ ਜੋ ਆਪਣਾ ਭੋਜਨ ਖੁਦ ਬਣਾਉਂਦੇ ਹਨ ਜੋ ਸਜੀਵ, ਉਹ ਕਿਹੜੀ ਕੈਟਾਗਰੀ ਦੇ ਵਿੱਚ ਆ ਜਾਂਦੇ ਹਨ? ਉਹ ਸਵੈਪੋਸ਼ੀ ਕੈਟਾਗਰੀ ਦੇ ਵਿੱਚ ਆ ਜਾਂਦੇ ਹਨ। ਸੋ ਮੇਰੇ ਖਿਆਲ ਨਾਲ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਸਵੈਪੋਸ਼ੀ ਔਰ ਪਰਪੋਸ਼ੀ ਕੀ ਹੁੰਦਾ ਹੈ। ਹੁਣ ਆਪਾਂ ਵੇਖੀਏ ਕਿ ਪੌਦੇ ਜਿਹੜੇ ਹੁੰਦੇ ਹਨ ਉਹ ਪੌਦੇ ਆਪਣਾ ਭੋਜਨ ਕਿਵੇਂ ਬਣਾਉਂਦੇ ਹਨ। ਸੋ ਇੱਕ ਬਹੁਤ ਇੰਪੋਰਟੈਂਟ ਟਰਮ ਹੈ ਤੁਹਾਡੇ ਸਿਲੇਬਸ ਦੀ, ਤੁਹਾਡੇ ਪੇਪਰ ਦੇ ਵਿੱਚ ਇਸ ਦੇ ਆਉਣ ਦੇ ਬਹੁਤ ਚਾਂਸਿਸ ਹੁੰਦੇ ਹਨ। ਬਹੁਤ ਇੰਪੋਰਟੈਂਟ ਹੈ, ਤੁਸੀਂ ਸੁਣੀ ਵੀ ਹੋਏਗੀ। ਸੋ ਕਿਹੜੀ ਕਿਰਿਆ ਨਾਲ ਪੌਦੇ ਆਪਣਾ ਭੋਜਨ ਬਣਾਉਂਦੇ ਹਨ? ਉਹ ਬਣਾਉਂਦੇ ਹਨ ਪ੍ਰਕਾਸ਼ ਸੰਸ਼ਲੇਸ਼ਣ ਨਾਲ। ਇਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਫੋਟੋਸਿੰਥੇਸਿਸ ਕਹਿੰਦੇ ਹਾਂ। ਕੀ ਹੁੰਦਾ ਹੈ ਫੋਟੋਸਿੰਥੇਸਿਸ? ਫੋਟੋਸਿੰਥੇਸਿਸ ਉਹ ਕਿਰਿਆ ਹੈ ਜਿਸ ਰਾਹੀਂ ਪੌਦੇ ਹਵਾ ਅਤੇ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਆਪਣਾ ਭੋਜਨ ਬਣਾਉਂਦੇ ਹਨ। ਉਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਪ੍ਰਕਾਸ਼ ਸੰਸ਼ਲੇਸ਼ਣ ਕਿਹਾ ਜਾਂਦਾ ਹੈ। ਤੁਹਾਨੂੰ ਮੈਂ ਆਮ ਲਾਈਫ ਦੇ ਵਿੱਚ ਸਮਝਾ ਦੇਵਾਂ। ਤੁਸੀਂ ਵੇਖਿਆ ਹੋਣਾ ਕਿ ਜਦੋਂ ਤੁਸੀਂ ਘਰ ਦੇ ਵਿੱਚ ਕੋਈ ਪੌਦਾ ਲਗਾਉਂਦੇ ਹੋ, ਗਮਲਾ ਲਗਾਉਂਦੇ ਹੋ, ਤਾਂ ਤੁਸੀਂ ਉਸ ਨੂੰ ਹਮੇਸ਼ਾ ਹੀ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਨੂੰ ਅਸੀਂ ਸੂਰਜ ਦੀ ਰੋਸ਼ਨੀ ਦੇ ਵਿੱਚ ਰੱਖੀਏ। ਉਸ ਪੌਦੇ ਨੂੰ ਸੂਰਜ ਦਾ ਪ੍ਰਕਾਸ਼ ਜਿਹੜਾ ਹੈ ਉਹ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਪੌਦੇ ਜਿਹੜੇ ਨੇ ਉਹ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੇ ਨਾਲ ਆਪਣਾ ਜਿਹੜਾ ਹੈ ਉਹ ਭੋਜਨ ਬਣਾਉਂਦੇ ਹਨ। ਉਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਫੋਟੋਸਿੰਥੇਸਿਸ ਜਾਂ ਪ੍ਰਕਾਸ਼ ਸੰਸ਼ਲੇਸ਼ਣ ਕਿਹਾ ਜਾਂਦਾ ਹੈ। ਯਾਨੀ ਕਿ ਪੌਦਿਆਂ ਨੂੰ ਆਪਣਾ ਭੋਜਨ ਬਣਾਉਣ ਦੇ ਲਈ ਸੂਰਜ ਦੀ ਰੋਸ਼ਨੀ, ਹਵਾ ਦੀ ਲੋੜ ਹੋਏਗੀ, ਕੁਝ ਨਿਊਟ੍ਰੀਐਂਟਸ ਦੀ ਵੀ, ਪੋਸ਼ਕ ਤੱਤਾਂ ਦੀ ਲੋੜ ਵੀ ਹੋਏਗੀ, ਪਾਣੀ ਦੀ ਲੋੜ ਵੀ ਹੋਏਗੀ। ਸੋ ਉਹ ਕਿਰਿਆ ਜਿਸ ਨਾਲ ਪੌਦੇ ਆਪਣਾ ਭੋਜਨ ਬਣਾਉਂਦੇ ਹਨ ਸੂਰਜ ਦੀ ਮੌਜੂਦਗੀ, ਰੋਸ਼ਨੀ ਦੀ ਮੌਜੂਦਗੀ ਦੇ ਵਿੱਚ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਾਂ, ਯਾਨੀ ਕਿ ਫੋਟੋਸਿੰਥੇਸਿਸ ਆਪਾਂ ਇਸ ਨੂੰ ਕਹਿੰਦੇ ਹਾਂ। ਆਓ ਇੱਕ ਪਿਕਚਰ ਦੇ ਨਾਲ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਪਿਕਚਰ ਦੇ ਵਿੱਚ ਤੁਸੀਂ ਕਲੀਅਰ ਵੇਖ ਸਕਦੇ ਹੋ ਕਿ ਇੱਥੇ ਇੱਕ ਪੌਦਾ ਦਿਖਾਇਆ ਗਿਆ ਹੈ ਤੁਹਾਨੂੰ ਪਿਕਚਰ ਦੇ ਵਿੱਚ। ਸੂਰਜ ਦੀ ਰੋਸ਼ਨੀ ਹੈ, ਪੌਦੇ ਨੂੰ ਜ਼ਮੀਨ ਦੇ ਵਿੱਚ ਆਪਾਂ ਗੱਡਿਆ ਹੋਇਆ ਹੈ, ਉਸ ਦੀ ਜੜ੍ਹਾਂ ਤੁਸੀਂ ਦੇਖ ਪਾ ਰਹੇ ਹੋ, ਉਸ ਦੇ ਪੱਤੇ ਤੁਸੀਂ ਵੇਖ ਪਾ ਰਹੇ ਹੋ। ਸੋ ਹੁੰਦਾ ਕੀ ਹੈ? ਸੂਰਜ ਦਾ ਪ੍ਰਕਾਸ਼ ਉਸ ਨੂੰ ਮਿਲ ਰਿਹਾ ਹੈ ਪੌਦੇ ਨੂੰ, ਉਸ ਨੂੰ ਕਾਰਬਨ ਡਾਈਆਕਸਾਈਡ ਜਿਹੜੀ ਹੈ ਉਹ ਮਿਲ ਰਹੀ ਹੈ ਵਾਤਾਵਰਣ ਤੋਂ। ਪੱਤੇ ਜਿਹੜੇ ਨੇ ਉਹ, ਪੱਤਿਆਂ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਇੱਕ ਹੁੰਦਾ ਹੈ ਕਲੋਰੋਫਿਲ ਹੁੰਦਾ ਹੈ, ਜਿਸ ਦੇ ਨਾਲ ਪੱਤਿਆਂ ਦਾ ਰੰਗ ਹਰਾ ਵੀ ਹੁੰਦਾ ਹੈ। ਉਸ ਕਲੋਰੋਫਿਲ ਦੀ ਵਰਤੋਂ ਕਰਕੇ, ਕਲੋਰੋਫਿਲ ਕੀ ਕਰਦਾ ਹੈ? ਕਲੋਰੋਫਿਲ ਸੂਰਜ ਦੀ ਰੋਸ਼ਨੀ ਨੂੰ ਐਬਜ਼ੌਰਬ ਕਰਨ ਦੇ ਵਿੱਚ, ਅਵਸ਼ੋਸ਼ਿਤ ਕਰਨ ਦੇ ਵਿੱਚ ਹੈਲਪ ਕਰਦਾ ਹੈ। ਔਰ ਜਿਹੜੀ ਜੜ੍ਹਾਂ ਨੇ ਉਹ ਜ਼ਮੀਨ ਤੋਂ ਪਾਣੀ ਲੈ ਲੈਂਦੀਆਂ ਹਨ, ਨਿਊਟ੍ਰੀਐਂਟਸ ਯਾਨੀ ਕਿ ਪੋਸ਼ਕ ਤੱਤ ਲੈ ਲੈਂਦੀਆਂ ਹਨ। ਸੋ ਇਹ ਜਿਹੜੀ ਸਾਰੀ ਇਹ ਜਿਹੜਾ ਪ੍ਰੋਸੈਸ ਹੈ, ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਫੋਟੋਸਿੰਥੇਸਿਸ ਕਹਿੰਦੇ ਹਾਂ ਆਪਾਂ। ਅਗਰ ਪੇਪਰ ਦੇ ਵਿੱਚ ਤੁਹਾਨੂੰ ਪ੍ਰਸ਼ਨ ਆ ਜਾਵੇ ਕਿ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦਾ ਚਿੱਤਰ ਬਣਾ ਕੇ ਵਿਖਾਓ, ਤਾਂ ਤੁਸੀਂ ਇਹ ਵਾਲਾ ਚਿੱਤਰ ਜਿਹੜਾ ਹੈ ਉਹ ਬੱਚਿਆਂ ਨੂੰ ਬਣਾ ਕੇ ਦਿਖਾ ਸਕਦੇ ਹੋ। ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਤੁਸੀਂ ਧਿਆਨ ਦਿਓ। ਇੱਥੇ ਕਿਹੜੀ ਗੈਸ ਬਾਹਰ ਨਿਕਲ ਰਹੀ ਹੈ? ਇੱਥੇ ਆਕਸੀਜਨ ਗੈਸ ਜਿਹੜੀ ਹੈ ਉਹ ਬਾਹਰ ਆ ਰਹੀ ਹੈ। ਦੇਖੋ ਕਿੰਨਾ, ਇਸੇ ਲਈ ਕਿਹਾ ਜਾਂਦਾ ਹੈ ਕਿ ਆਪਾਂ ਨੂੰ ਵੱਧ ਤੋਂ ਵੱਧ ਰੁੱਖ, ਪੇੜ ਪੌਦੇ ਲਗਾਉਣੇ ਚਾਹੀਦੇ ਹਨ, ਕਿਉਂਕਿ ਅਸੀਂ ਜੋ ਹੈ ਸਾਹ ਕਿਰਿਆ ਦੁਆਰਾ ਕਾਰਬਨ ਡਾਈਆਕਸਾਈਡ ਬਾਹਰ ਸਿੱਟਦੇ ਹਾਂ ਔਰ ਆਕਸੀਜਨ ਪ੍ਰਾਪਤ ਕਰਦੇ ਹਾਂ। ਉਹ ਆਕਸੀਜਨ ਆਪਾਂ ਨੂੰ ਕਿੱਥੋਂ ਮਿਲਦੀ ਹੈ? ਉਹ ਆਕਸੀਜਨ ਆਪਾਂ ਨੂੰ ਪੌਦਿਆਂ ਤੋਂ ਮਿਲਦੀ ਹੈ, ਪੇੜਾਂ ਤੋਂ, ਜਿਹੜੇ ਰੁੱਖ ਨੇ ਉਹਨਾਂ ਤੋਂ ਮਿਲਦੀ ਹੈ, ਪੌਦਿਆਂ ਤੋਂ ਮਿਲਦੀ ਹੈ। ਯਾਨੀ ਕਿ ਅਗਰ ਸੋਚੋ ਕਿ ਅਗਰ ਰੁੱਖ ਨਾ ਹੋਣ ਤਾਂ ਕੀ ਹੋਏਗਾ? ਫਿਰ ਤਾਂ ਆਪਾਂ ਨੂੰ ਆਕਸੀਜਨ ਮਿਲਣੀ ਨਹੀਂ। ਯਾਨੀ ਕਿ ਪੌਦਿਆਂ ਤੋਂ ਬਗੈਰ ਆਪਾਂ ਸਾਹ ਲੈਣਾ ਵੀ ਆਪਾਂ ਸਾਹ ਨਹੀਂ ਲੈ ਪਾਵਾਂਗੇ। ਇਸੇ ਲਈ ਵਾਰ-ਵਾਰ ਕਿਹਾ ਜਾਂਦਾ ਹੈ ਕਿ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ,
ताकि ਆਪਾਂ ਨੂੰ ਆਕਸੀਜਨ, ਇਹ ਆਪਣੇ ਵਾਸਤੇ ਆਕਸੀਜਨ ਪੈਦਾ ਕਰਦੇ ਹਨ, ਆਪਣੇ ਵਾਸਤੇ ਇੱਕ ਆਕਸੀਜਨ ਦਾ ਭੰਡਾਰ ਹਨ, ਉੱਥੋਂ ਮਿਲਦਾ ਆਪਾਂ ਨੂੰ ਆਕਸੀਜਨ। ਸੋ ਇਸ ਕਿਰਿਆ ਦੇ ਨਾਲ ਜਿਹੜਾ ਹੈ ਫੋਟੋਸਿੰਥੇਸਿਸ ਜਿਹੜੀ ਕਿਰਿਆ ਹੁੰਦੀ ਹੈ, ਇਹ ਪੌਦੇ ਆਪਣਾ ਭੋਜਨ ਬਣਾਉਂਦੇ ਹਨ। ਇੱਕ ਐਨੀਮੇਸ਼ਨ ਦੇ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਤੁਸੀਂ ਵੇਖ ਪਾ ਰਹੇ ਹੋ ਕਿ ਸੂਰਜ ਦਾ ਪ੍ਰਕਾਸ਼ ਪੌਦੇ ਉੱਤੇ ਆ ਰਿਹਾ ਹੈ, ਔਰ ਜ਼ਮੀਨ ਦੇ ਵਿੱਚ ਜਿਹੜੀ ਜੜ੍ਹਾਂ ਨੇ ਉਹ ਵਾਟਰ ਅਤੇ ਮਿਨਰਲਸ ਨੂੰ ਜਿਹੜਾ ਹੈ ਉਹ ਲੈ ਰਹੀਆਂ ਨੇ, ਔਰ ਕਾਰਬਨ ਡਾਈਆਕਸਾਈਡ ਜਿਹੜੀ ਹੈ ਉਹ ਯੂਜ਼ ਕਰ ਰਹੀਆਂ ਹਨ, ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਆਕਸੀਜਨ ਜਿਹੜੀ ਹੈ ਉਹ ਬਾਹਰ ਲਿਬਰੇਟ ਹੋ ਰਹੀ ਹੈ। ਸੋ ਇਹ ਆਪਣੀ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਹੈ। ਸੋ ਆਪਾਂ ਨੂੰ ਪਤਾ ਲੱਗ ਗਿਆ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਕੀ ਹੁੰਦੀ ਹੈ। ਥੋੜਾ ਜਿਹਾ ਆਪਾਂ ਹੁਣ ਇਸ ਨੂੰ ਆਪਾਂ ਇੱਕ ਸਮੀਕਰਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਦਰਅਸਲ ਵਿੱਚ ਹੁੰਦਾ ਕੀ ਹੈ। ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਕੀ ਹੁੰਦਾ ਹੈ ਕਿ ਜੋ ਕਾਰਬਨ ਡਾਈਆਕਸਾਈਡ ਜਿਹੜੀ ਪੌਦੇ ਨੇ ਪ੍ਰਾਪਤ ਕੀਤੀ ਸੀ ਐਟਮੋਸਫੀਅਰ ਤੋਂ, ਵਾਤਾਵਰਣ ਤੋਂ, ਪਲੱਸ ਪਾਣੀ, ਜੋ ਪਾਣੀ ਸੀ ਜ਼ਮੀਨ ਤੋਂ ਉਸਨੇ ਪੌਦੇ ਨੇ ਪਾਣੀ ਲਿੱਤਾ ਉਹਨੇ, ਔਰ ਸੂਰਜ ਦਾ ਪ੍ਰਕਾਸ਼ ਜ਼ਰੂਰੀ ਹੈ ਜੀ ਉਸ ਦੇ ਵਿੱਚ, ਔਰ ਕਲੋਰੋਫਿਲ ਤੁਹਾਨੂੰ ਦੱਸਿਆ ਮੈਂ ਪੱਤਿਆਂ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਕਲੋਰੋਫਿਲ ਹੁੰਦੀ ਹੈ। ਸਿਰਫ ਪੱਤਿਆਂ ਵਿੱਚ ਹੀ ਨਹੀਂ ਹੁੰਦੀ, ਪੌਦੇ ਦੇ ਹੋਰ ਭਾਗਾਂ ਦੇ ਵਿੱਚ ਵੀ ਕਲੋਰੋਫਿਲ ਹੋ ਸਕਦੀ ਹੈ। ਸੋ ਕਲੋਰੋਫਿਲ ਔਰ ਸੂਰਜ ਦਾ ਪ੍ਰਕਾਸ਼ ਇਸ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਦੋਨੋਂ ਚੀਜ਼ਾਂ ਇੱਕ ਰਿਐਕਸ਼ਨ, ਇੱਕ ਕਿਰਿਆ ਹੁੰਦੀ ਹੈ, ਰਸਾਇਣਿਕ ਕਿਰਿਆ ਹੁੰਦੀ ਹੈ, ਔਰ ਉਸ ਤੋਂ ਬਾਅਦ ਬਣਦਾ ਕੀ ਹੈ, ਗਲੂਕੋਜ਼ ਬਣ ਜਾਂਦਾ ਹੈ। ਗਲੂਕੋਜ਼ ਜੋ ਹੈ ਉਹ ਪੌਦਾ ਆਪਣੇ ਮਤਲਬ ਖੁਰਾਕ ਹੈ ਉਸਦੀ ਗਲੂਕੋਜ਼, ਉਸਨੂੰ ਉਹ ਉਸਨੂੰ ਐਬਜ਼ੌਰਬ ਕਰ ਲੈਂਦਾ ਹੈ ਆਪਣੇ ਵਾਧੇ ਦੇ ਲਈ, ਆਪਣੇ ਜਿੰਦਾ ਰਹਿਣ ਦੇ ਲਈ ਉਸਨੂੰ ਉਹ ਵਰਤੋਂ ਕਰ ਲੈਂਦਾ ਹੈ, ਔਰ ਨਾਲ ਹੀ ਉਹ ਕੀ ਕਰ ਦਿੰਦਾ ਹੈ, ਆਕਸੀਜਨ ਨੂੰ ਮੁਕਤ ਕਰ ਦਿੰਦਾ ਹੈ, ਔਰ ਇਹ ਆਕਸੀਜਨ ਆਪਣੇ ਬਹੁਤ ਕੰਮ ਆਉਂਦੀ ਹੈ। ਇਹ ਆਪਣੇ ਬਹੁਤ ਕੰਮ ਕੀ ਆਉਂਦੀ ਹੈ, ਇਹਦੇ ਬਗੈਰ ਤਾਂ ਆਪਾਂ ਜ਼ਿੰਦਾ ਹੀ ਨਹੀਂ ਰਹਿ ਸਕਦੇ। ਸੋ ਆਪਣੇ ਵਾਸਤੇ ਜਿਹੜੇ ਪੌਦੇ ਨੇ ਉਹ ਇਹ ਜਿਹੜੀ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਹੈ ਸਾਡੇ ਲਈ ਇੱਕ ਤਰ੍ਹਾਂ ਨਾਲ ਸਾਡੀ ਜ਼ਿੰਦਗੀ ਨਾਲ ਲਿੰਕ ਹੈ, ਸਾਡੇ ਮਨੁੱਖਾਂ ਦੇ ਜ਼ਿੰਦਾ ਰਹਿਣ ਦੇ ਲਈ, ਜੋ ਜੀਵਾਂ ਦੇ ਜ਼ਿੰਦਾ ਰਹਿਣ ਦੇ ਲਈ ਇਹ ਲਿੰਕ ਹੈ। ਸੋ ਤੁਸੀਂ ਇਸ ਸਮੀਕਰਨ ਨੂੰ ਪੇਪਰ ਦੇ ਵਿੱਚ ਕਈ ਵਾਰ ਇਹ ਸਮੀਕਰਨ ਵੀ ਪੁੱਛ ਲਈ ਜਾਂਦੀ ਹੈ, ਸੋ ਤੁਸੀਂ ਇਸ ਸਮੀਕਰਨ ਨੂੰ ਵੀ ਜਿਹੜਾ ਹੈ ਉਹ ਯਾਦ ਕਰ ਲਓ। ਪੇਪਰ ਦੇ ਵਿੱਚ ਸਮੀਕਰਨ ਅਗਰ ਆਵੇ ਤਾਂ ਤੁਸੀਂ ਇਸ ਸਮੀਕਰਨ ਨਾਲ ਦੱਸ ਸਕਦੇ ਹੋ ਕਿ ਕਿਵੇਂ ਪ੍ਰਕਾਸ਼ ਸੰਸ਼ਲੇਸ਼ਣ ਦੇ ਨਾਲ ਪੌਦੇ ਆਪਣਾ ਭੋਜਨ ਤਿਆਰ ਕਰਦੇ ਹਨ। ਹੁਣ ਕਈ ਵਾਰ ਕੀ ਹੁੰਦਾ ਹੈ, ਤੁਸੀਂ ਜਿਵੇਂ ਕੁਝ ਲੋਕ ਅਜਿਹੇ ਇਲਾਕੇ ਦੇ ਵਿੱਚ ਰਹਿੰਦੇ ਹਨ ਜਿੱਥੇ ਪਾਣੀ ਦੀ ਬਹੁਤ ਕਮੀ ਹੈ। ਤੁਸੀਂ ਵੇਖਿਆ ਹੋਣਾ ਰਾਜਸਥਾਨ ਦੇ ਬੇਸਿਕਲੀ ਗੱਲ ਕਰੀਏ, ਜਿੱਥੇ ਮਾਰੂਥਲੀ ਇਲਾਕਾ ਹੁੰਦਾ ਹੈ, ਉੱਥੇ ਪਾਣੀ ਦੀ ਬਹੁਤ ਕਮੀ ਹੁੰਦੀ ਹੈ। ਉੱਥੇ ਪੌਦੇ ਜਿਹੜੇ ਹੈ ਉਹ ਉੱਥੇ ਕਿਵੇਂ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਹੁੰਦੀ ਹੈ। ਸੋ ਤੁਹਾਨੂੰ ਮੈਂ ਹੁਣੇ ਦੱਸਿਆ ਸੀ ਥੋੜੀ ਦੇਰ ਪਹਿਲਾਂ ਕਿ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਪੱਤਿਆਂ ਦੇ ਵਿੱਚ ਹੀ ਕਲੋਰੋਫਿਲ ਮੌਜੂਦ ਹੋਏਗਾ, ਉੱਥੇ ਤਣਿਆਂ ਦੇ ਵਿੱਚ ਵੀ ਜਿਹੜਾ ਕਲੋਰੋਫਿਲ ਹੁੰਦਾ ਉਹ ਤਣਿਆਂ ਦੇ ਵਿੱਚ ਵੀ ਮੌਜੂਦ ਹੁੰਦਾ ਹੈ। ਸੋ ਤੁਸੀਂ ਇਹ ਪਿਕਚਰ ਵਿੱਚ ਵੇਖ ਸਕਦੇ ਹੋ ਕਿ ਵੇਖ ਪਾ ਰਹੇ ਹੋ ਕਿ ਇੱਥੇ ਇੱਕ ਪੌਦਾ ਵਿਖਾਇਆ ਗਿਆ, ਮਾਰੂਥਲੀ ਪੌਦਾ ਵਿਖਾਇਆ ਗਿਆ ਹੈ। ਇੱਥੇ ਇਹ ਤਣੇ ਦੇ ਰਾਹੀਂ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਕਰਦਾ ਹੈ, ਔਰ ਜਿਹੜੇ ਕੰਡੇ ਹੁੰਦੇ ਹਨ ਉਹ ਇਵੈਪੋਰੇਸ਼ਨ, ਵਾਸ਼ਪੀਕਰਨ ਨੂੰ, ਪਾਣੀ ਨੂੰ ਬਚਾਉਂਦੇ ਹਨ। ਇਸੇ ਲਈ ਜਿਹੜੇ ਮਾਰੂਥਲੀ ਇਲਾਕਾ ਹੁੰਦਾ ਹੈ ਉੱਥੇ ਆਮ ਤੌਰ 'ਤੇ ਤੁਸੀਂ ਵੇਖਿਆ ਹੋਣਾ ਕਿ ਉੱਥੇ ਜਿਹੜੇ ਪੌਦੇ ਹੁੰਦੇ ਹਨ ਉਹ ਕੰਡੇ ਉਹਨਾਂ ਦੇ ਲੱਗੇ ਹੁੰਦੇ ਨੇ, ਕੰਡੇਦਾਰ ਹੁੰਦੇ ਹਨ, ਉਹਨਾਂ ਦੇ ਕੰਡੇ ਹੁੰਦੇ ਹਨ। ਕੰਡਿਆਂ ਦਾ ਪਰਪਸ ਕੀ ਹੈ? ਕੰਡਿਆਂ ਦਾ ਪਰਪਸ ਹੈ ਕਿ ਪਾਣੀ ਦੀ ਇਵੈਪੋਰੇਸ਼ਨ, ਪਾਣੀ ਦਾ ਵਾਸ਼ਪੀਕਰਨ ਘੱਟ ਤੋਂ ਘੱਟ ਹੋਵੇ, ਉਹਨੂੰ ਘੱਟ ਪਾਣੀ ਦੀ ਲੋੜ ਪਵੇ, ਔਰ ਜਿਹੜੇ ਫੋਟੋਸਿੰਥੇਸਿਸ ਹੋਏਗੀ, ਜਿਹੜਾ ਪ੍ਰਕਾਸ਼ ਸੰਸ਼ਲੇਸ਼ਣ ਹੋਏਗਾ ਉਹ ਤਣੇ ਦੇ ਰਾਹੀਂ ਹੋਏਗਾ। ਤਣੇ ਨਾਲ ਵੀ ਹੋ ਸਕਦਾ ਹੈ, ਟਹਿਣੀਆਂ ਨਾਲ ਵੀ ਹੋ ਸਕਦਾ ਹੈ, ਉਸ ਦੇ ਨਾਲ ਵੀ ਆਪਾਂ ਜਿਹੜਾ ਪ੍ਰਕਾਸ਼ ਸੰਸ਼ਲੇਸ਼ਣ, ਉਹਨਾਂ ਵਿੱਚ ਵੀ ਕਲੋਰੋਫਿਲ ਮੌਜੂਦ ਹੁੰਦਾ ਹੈ। ਇਸੇ ਲਈ ਮਾਰੂਥਲੀ ਪੌਦੇ ਥੋੜ੍ਹੇ ਜਿਹੇ ਅਲੱਗ ਤਰ੍ਹਾਂ ਦੇ ਹੁੰਦੇ ਨੇ ਐਜ਼ ਕੰਪੇਅਰ ਟੂ ਉਹਨਾਂ ਪੌਦਿਆਂ ਦੇ ਜਿਹੜੇ ਪੌਦੇ ਆਪਣੇ ਦੂਜੇ ਇਲਾਕਿਆਂ ਦੇ ਵਿੱਚ ਹੁੰਦੇ ਹਨ। ਸੋ ਆਈ ਥਿੰਕ ਤੁਹਾਨੂੰ ਸਮਝ ਲੱਗ ਗਈ ਹੋਏਗੀ ਹੁਣ ਤੱਕ ਕਿ ਪ੍ਰਕਾਸ਼ ਸੰਸ਼ਲੇਸ਼ਣ ਕੀ ਹੁੰਦਾ ਹੈ। ਸੋ ਇੱਕ ਵਾਰੀ ਪਰ ਰਿਪੀਟ ਕਰ ਲਈਏ, ਪ੍ਰਕਾਸ਼ ਸੰਸ਼ਲੇਸ਼ਣ ਉਹ ਕਿਰਿਆ ਹੈ ਜਿਸ ਰਾਹੀਂ ਪੌਦੇ ਜਿਹੜੇ ਨੇ ਉਹ ਆਪਣਾ ਭੋਜਨ ਤਿਆਰ ਕਰਦੇ ਹਨ। ਆਮ ਤੌਰ 'ਤੇ ਕਲੋਰੋਫਿਲ ਪੱਤਿਆਂ ਦੇ ਵਿੱਚ ਮੌਜੂਦ ਹੁੰਦਾ ਹੈ, ਔਰ ਸੂਰਜ ਦੀ ਰੋਸ਼ਨੀ ਜਿਹੜੀ ਕਲੋਰੋਫਿਲ ਐਬਜ਼ੌਰਬ ਕਰ ਲੈਂਦਾ ਹੈ, ਪਾਣੀ ਜੜ੍ਹਾਂ ਤੋਂ ਮਿਲ ਜਾਂਦਾ ਹੈ, ਕਾਰਬਨ ਡਾਈਆਕਸਾਈਡ ਵਾਤਾਵਰਣ ਤੋਂ ਮਿਲ ਜਾਂਦੀ ਹੈ, ਔਰ ਜਿਹੜਾ ਹੈ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੇ ਨਾਲ ਜਿਹੜਾ ਪੌਦਾ ਹੈ ਉਹ ਆਪਣਾ ਭੋਜਨ ਤਿਆਰ ਕਰ ਲੈਂਦਾ ਹੈ, ਔਰ ਬਦਲੇ ਵਿੱਚ ਸਾਨੂੰ ਕੀ ਮਿਲ ਜਾਂਦੀ ਹੈ, ਉਹ ਜਿਹੜਾ ਉਸਦਾ ਵੇਸਟ ਪ੍ਰੋਡਕਟ ਹੈ ਉਹ ਆਕਸੀਜਨ ਹੈ, ਔਰ ਸਾਡੇ ਲਈ ਜਿਹੜਾ ਕਿ ਬਹੁਤ ਇੱਕ ਸਾਡੀ ਲਾਈਫ ਲਾਈਨ ਹੈ ਸਾਡੇ ਵਾਸਤੇ, ਉਹ ਆਪਾਂ ਨੂੰ ਮਿਲ ਜਾਂਦੀ ਹੈ। ਸੋ ਇਹ ਗੱਲ ਆਪਾਂ ਕੀਤੀ ਪ੍ਰਕਾਸ਼ ਸੰਸ਼ਲੇਸ਼ਣ ਬਾਰੇ। ਹੁਣ ਪੌਦਿਆਂ ਵਿੱਚ ਪੋਸ਼ਣ ਦੀਆਂ ਕੁਝ ਹੋਰ ਵਿਧੀਆਂ ਵੀ ਹੁੰਦੀਆਂ ਹਨ। ਜ਼ਰੂਰੀ ਨਹੀਂ ਕਿ ਸਾਰੇ ਪੌਦੇ ਜਿਹੜੇ ਨੇ ਉਹ ਪ੍ਰਕਾਸ਼ ਸੰਸ਼ਲੇਸ਼ਣ ਰਾਹੀਂ ਹੀ ਆਪਣਾ ਪੋਸ਼ਣ ਪ੍ਰਾਪਤ ਕਰਦੇ ਹਨ। ਕੁਝ ਹੋਰ ਵਿਧੀਆਂ ਵੀ ਹੁੰਦੀਆਂ ਹਨ, ਪ੍ਰਕਾਸ਼ ਸੰਸ਼ਲੇਸ਼ਣ ਤੋਂ ਇਲਾਵਾ ਵੀ ਕੁਝ ਹੋਰ ਵਿਧੀਆਂ ਹੁੰਦੀਆਂ ਜਿਸ ਦੇ ਨਾਲ ਉਹ ਆਪਣਾ ਜਿਹੜਾ ਹੈ ਉਹ ਪੋਸ਼ਣ ਪ੍ਰਾਪਤ ਕਰਦੇ ਹਨ ਪੌਦੇ।
ਕੁਝ ਪੌਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ, ਉਹ ਆਪਣਾ ਭੋਜਨ ਸੰਸ਼ਲਿਤ ਨਹੀਂ ਕਰ ਸਕਦੇ। ਇਹ ਪੌਦੇ ਆਪਣੇ ਪੋਸ਼ਣ ਲਈ ਹੋਰ ਪੌਦਿਆਂ ਦੁਆਰਾ ਨਿਰਮਿਤ ਭੋਜਨ ਉੱਤੇ ਨਿਰਭਰ ਕਰਦੇ ਹਨ। ਉਹ ਪਰਪੋਸ਼ੀ ਪ੍ਰਣਾਲੀ ਦੀ ਵਰਤੋਂ ਕਰਦੇ ਹਨ। ਤੁਹਾਨੂੰ ਮੈਂ ਸ਼ੁਰੂ ਵਿੱਚ ਦੱਸਿਆ ਸੀ, ਜਦੋਂ ਉਹ ਆਪਣਾ ਭੋਜਨ ਖੁਦ ਨਹੀਂ ਬਣਾ ਪਾਉਣਗੇ ਤਾਂ ਉਹ ਦੂਜਿਆਂ 'ਤੇ ਨਿਰਭਰ ਕਰਨਗੇ। ਸੋ ਕੁਝ ਪੌਦੇ ਅਜਿਹੇ ਹੁੰਦੇ ਹਨ ਜੋ ਆਪ ਭੋਜਨ ਨਹੀਂ ਬਣਾ ਸਕਦੇ, ਪਰੰਤੂ ਉਹ ਦੂਜੇ ਪੌਦਿਆਂ ਦੇ ਉੱਤੇ ਨਿਰਭਰ ਕਰਦੇ ਹਨ, ਜਾਂ ਕੁਝ ਹੋਰ ਜੀਵਾਂ ਦੇ ਉੱਤੇ ਵੀ ਨਿਰਭਰ ਕਰ ਸਕਦੇ ਹਨ। ਆਪਾਂ ਅੱਗੇ ਵੇਖਾਂਗੇ। ਸੋ ਤੁਹਾਨੂੰ ਮੈਂ ਇੱਕ ਚਿੱਤਰ ਵਿਖਾ ਰਿਹਾ, ਤੁਸੀਂ ਨਾਮ ਸੁਣਿਆ ਹੋਏਗਾ ਅਮਰਵੇਲ ਦਾ। ਸੋ ਤੁਸੀਂ ਵੇਖ ਸਕਦੇ ਹੋ ਜੀ ਅਮਰਵੇਲ, ਇਹ ਜਿਹੜੀ ਯੈਲੋ ਕਲਰ ਦੀ ਤੁਸੀਂ ਵੇਖ ਪਾ ਰਹੇ ਹੋ ਆਪਣੀ ਸਕਰੀਨ ਦੇ ਉੱਤੇ, ਇਹ ਵੇਲ ਅਮਰਵੇਲ ਹੈ। ਅਮਰਵੇਲ ਕੀ ਹੁੰਦਾ ਹੈ, ਆਪ ਨਿਊਟ੍ਰੀਸ਼ਨ ਪ੍ਰਾਪਤ, ਆਪ ਪੋਸ਼ਣ, ਆਪਣਾ ਭੋਜਨ ਨਹੀਂ ਬਣਾ ਸਕਦੀ, ਤਾਂ ਉਹ ਕੀ ਕਰਦੀ ਹੈ, ਉਹ ਕੋਈ ਅਜਿਹੇ ਪੌਦੇ ਉੱਤੇ ਆਪਦੇ ਆਪ ਨੂੰ ਸਥਾਪਿਤ ਕਰ ਲੈਂਦੀ ਹੈ ਜੋ ਔਰ ਉਸ ਦਾ ਨਿਊਟ੍ਰੀਸ਼ਨ ਜਿਹੜਾ ਹੈ, ਉਸ ਦਾ ਜਿਹੜਾ ਪੋਸ਼ਣ ਹੈ, ਉੱਥੋਂ ਪੋਸ਼ਣ ਪ੍ਰਾਪਤ ਕਰਦੀ ਹੈ ਅਮਰਵੇਲ। ਹੌਲੀ ਹੌਲੀ ਉਹ ਉਸ ਪੌਦੇ ਨੂੰ ਖਤਮ ਕਰ ਦਿੰਦੀ ਹੈ, ਕਿਉਂਕਿ ਉਸ ਦਾ ਸਾਰਾ ਪੋਸ਼ਣ, ਕਿਉਂਕਿ ਦੇਖੋ ਪੌਦਾ ਤਾਂ ਆਪਦੇ ਵਾਸਤੇ, ਜਿਹੜਾ ਰੁੱਖ ਸੀ ਉਹ ਆਪਦੇ ਵਾਸਤੇ ਭੋਜਨ ਬਣਾ ਰਿਹਾ ਸੀ, ਪਰੰਤੂ ਜਦੋਂ ਉਹਦੇ ਉੱਤੇ ਅਮਰਵੇਲ ਆ ਜਾਏਗੀ ਤਾਂ ਅਮਰਵੇਲ ਨੈਚੁਰਲੀ ਉਸ ਦਾ ਸਾਰੇ ਪੋਸ਼ਕ ਤੱਤ ਕੀ ਕਰੇਗੀ, ਉਹਨਾਂ ਨੂੰ ਐਬਜ਼ੌਰਬ ਕਰ ਲਵੇਗੀ, ਸੋਖ ਲਵੇਗੀ, ਤਾਂ ਉਹ ਪੌਦਾ ਹੌਲੀ ਹੌਲੀ ਖਤਮ ਹੋ ਜਾਂਦਾ ਹੈ ਅਮਰਵੇਲ। ਸੋ ਇਹ ਅਮਰਵੇਲ ਦੀ ਤੁਸੀਂ ਪਿਕਚਰ ਤੁਸੀਂ ਪੜ੍ਹਿਆ ਹੋਣਾ, ਸੁਣਿਆ ਵੀ ਹੋਣਾ ਤੁਸੀਂ, ਬਟ ਤੁਹਾਨੂੰ ਅੱਜ ਪਿਕਚਰ ਦੇ ਵਿੱਚ ਅਮਰਵੇਲ ਤੁਹਾਨੂੰ ਦਿਖਾਈ ਦੇ ਰਹੀ ਹੈ। ਤੁਹਾਨੂੰ ਇੱਕ ਹੋਰ ਪਿਕਚਰ ਦੇ ਨਾਲ ਦਿਖਾ ਰਿਹਾ, ਆਹ ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਨੀਚੇ ਇੱਕ ਹਰਾ ਬਿਲਕੁਲ ਪੌਦਾ ਹੈ, ਔਰ ਉਸ ਦੇ ਉੱਤੇ ਇੱਕ ਐਵੇਂ ਸਪਰਿੰਗ ਵਰਗੀ ਸ਼ਕਲ ਜਿਹੜੀ ਅਖਤਿਆਰ ਕਰਕੇ ਉਸਨੇ ਉਸ ਦੇ ਉੱਪਰ ਅਮਰਵੇਲ ਲਿਪਟੀ ਹੋਈ ਹੈ। ਔਰ ਇਹ ਅਮਰਵੇਲ ਕੀ ਕਰੇਗੀ, ਇਹ ਜਿਹੜਾ ਪੋਸ਼ਕ ਤੱਤ ਨੇ ਇਹ ਕਿੱਥੋਂ ਐਬਜ਼ੌਰਬ ਕਰ ਲਵੇਗੀ, ਇਹ ਕਰ ਲਵੇਗੀ ਜਿਹੜਾ ਆਪਣਾ ਜਿਹੜਾ ਸਵਸਥ ਪੌਦਾ ਹੈ, ਜਿਹੜਾ ਪੌਦਾ ਭੋਜਨ ਬਣਾ ਰਿਹਾ ਹੈ, ਉੱਥੋਂ ਇਹ ਐਬਜ਼ੌਰਬ ਕਰ ਲੇਗੀ, ਆਪਣਾ ਪੋਸ਼ਣ ਪ੍ਰਾਪਤ ਕਰ ਲੇਗੀ, ਆਪਣਾ ਭੋਜਨ ਬਣਾ ਲਵੇਗੀ। ਸੋ ਇਹ ਕਿਹੜੀ ਆਪਣੀ ਕੈਟਾਗਰੀ ਦੇ ਵਿੱਚ ਆ ਗਿਆ, ਪਰਪੋਸ਼ੀ ਦੀ ਕੈਟਾਗਰੀ ਵਿੱਚ ਆ ਗਿਆ, ਕਿਉਂਕਿ ਇੱਥੇ ਅਮਰਵੇਲ ਜਿਹੜੀ ਹੈ ਉਹ ਆਪਣਾ ਖਾਣਾ, ਆਪਣਾ ਭੋਜਨ, ਆਪਣਾ ਪੋਸ਼ਣ ਖੁਦ ਨਹੀਂ ਪ੍ਰਾਪਤ ਕਰ ਪਾ ਰਹੀ। ਕੁਝ ਹੋਰ ਐਗਜ਼ਾਮਪਲ ਆਪਾਂ ਦੇਖਦੇ ਹਾਂ। ਬਹੁਤ ਹੀ ਇੱਕ ਅਜੀਬੋ-ਗਰੀਬ, ਬੜਾ, ਦੇਖੋ ਕੁਦਰਤ ਜਿਹੜੀ ਹੁੰਦੀ ਹੈ ਉਹ ਬਹੁਤ ਹੀ ਮਹਾਨ ਹੈ। ਕੁਦਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਬੜੀ ਹੈਰਾਨ ਕਰ ਦਿੰਦੀਆਂ ਨੇ ਕਈ ਵਾਰ, ਕਿ ਕੁਦਰਤ ਦੇ ਵਿੱਚ ਅਜਿਹਾ ਕੁਝ ਵੀ ਹੁੰਦਾ ਹੈ। ਹੁਣ ਜਿਹੜੀ ਤੁਸੀਂ ਤਸਵੀਰ ਆਪਣੇ ਸਕਰੀਨ ਦੇ ਉੱਤੇ ਵੇਖ ਪਾ ਰਹੇ ਹੋ, ਇਹ ਸਕਰੀਨ ਦੇ ਉੱਤੇ ਤਸਵੀਰ ਹੈ ਪਿਚਰ ਪਲਾਂਟ ਦੀ, ਜਿਸ ਨੂੰ ਪੰਜਾਬੀ ਦੇ ਵਿੱਚ ਘੜਾ ਬੂਟੀ ਵੀ ਕਹਿੰਦੇ ਹਨ। ਇਹ ਇੱਕ ਤਰ੍ਹਾਂ ਦਾ ਪੌਦਾ ਹੈ। ਇਹ ਪੌਦਾ ਵੀ ਆਪਣਾ ਭੋਜਨ ਜਿਹੜਾ ਹੈ ਉਹ ਤਿਆਰ ਨਹੀਂ ਕਰਦਾ, ਸਗੋਂ ਇਹ ਕੀਟਾਂ ਨੂੰ ਫੜ ਕੇ, ਜਿਹੜੇ ਕੀਟ ਹੁੰਦੇ ਨੇ, ਜੋ ਜੀਵ ਹੁੰਦੇ ਨੇ ਛੋਟੇ ਛੋਟੇ, ਉਹਨੂੰ ਆਪਣਾ ਸ਼ਿਕਾਰ ਬਣਾ ਕੇ ਆਪਣਾ ਪੋਸ਼ਣ ਉੱਥੋਂ ਪ੍ਰਾਪਤ ਕਰਦਾ ਹੈ। ਤੁਸੀਂ ਵੇਖ ਸਕਦੇ ਹੋ, ਇਸ ਨੂੰ ਘੜਾ ਬੂਟੀ ਕਿਉਂ ਕਹਿੰਦੇ ਆ, ਤੁਹਾਨੂੰ ਇਸ ਦੀ ਸ਼ਕਲ ਵੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਸ ਵਿੱਚ ਘੜੇ ਨੂੰ ਆਕ੍ਰਿਤੀ ਹੁੰਦੀ ਹੈ। ਇਸ ਦੇ ਵਿੱਚ ਬਹੁਤ ਸਾਰੇ ਰਸ ਮੌਜੂਦ ਹੁੰਦਾ ਹੈ। ਜਦੋਂ ਉਹ ਕੋਈ ਕੀਟ ਇਸ ਦੇ ਢੱਕਣ ਕੋਲੇ, ਇਸ ਦੇ ਮੂੰਹ ਕੋਲੇ ਆਉਂਦਾ ਹੈ ਤਾਂ ਉਸ ਵਿੱਚ ਗਿਰ ਜਾਂਦਾ ਹੈ, ਔਰ ਉਹ ਜਿਹੜੇ ਉਸ ਰਸ ਦੇ ਵਿੱਚ ਉਹ ਫਸ ਜਾਂਦਾ ਹੈ ਔਰ ਬਾਹਰ ਨਹੀਂ ਨਿਕਲ ਪਾਉਂਦਾ, ਔਰ ਹੌਲੀ ਹੌਲੀ ਉਹ ਜਿਹੜਾ ਜੀਵ ਹੈ, ਉਹ ਕੀਟ ਜੋ ਹੈ ਉਹ ਮਰ ਜਾਂਦਾ ਹੈ, ਔਰ ਇਹ ਜਿਹੜਾ ਪੌਦਾ ਹੈ ਫਿਰ ਉਸ ਤੋਂ ਆਪਣੇ ਪੋਸ਼ਕ ਤੱਤ ਜਿਹੜੇ ਨੇ ਉਹ ਪ੍ਰਾਪਤ ਕਰ ਲੈਂਦਾ ਹੈ। ਤੁਹਾਨੂੰ ਮੈਂ ਇੱਕ ਐਨੀਮੇਸ਼ਨ ਦੇ ਨਾਲ ਵਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿਵੇਂ ਜਿਹੜਾ ਪਿਕਚਰ ਪਲਾਂਟ ਹੈ ਉਹ ਘੜਾ ਬੂਟੀ ਜੋ ਹੈ ਉਹ ਜੀਵਾਂ ਤੋਂ ਆਪਣਾ ਭੋਜਨ ਪ੍ਰਾਪਤ। ਤੁਸੀਂ ਵੇਖ ਪਾ ਰਹੇ ਹੋ ਇੱਥੇ ਇੱਕ ਕੀਟ ਹੈ, ਇੱਕ ਕੀੜਾ ਹੈ, ਔਰ ਤੁਸੀਂ ਵੇਖ ਸਕਦੇ ਹੋ ਕਿ ਇਹ ਜਦੋਂ ਇਸ ਦੇ ਮੂੰਹ ਕੋਲੇ ਆਉਂਦਾ ਹੈ, ਇਸ ਦੀ ਓਪਨਿੰਗ ਜੋ ਹੈ, ਇਸ ਦਾ ਜਿਹੜਾ ਖੁੱਲ੍ਹਾ ਹੋਇਆ ਭਾਗ ਹੈ ਉੱਥੇ ਆਉਂਦਾ ਹੈ, ਔਰ ਉੱਥੇ ਆ ਕੇ ਫਿਰ ਉਹ ਉਸ ਰਸ ਨੂੰ ਪ੍ਰਾਪਤ ਕਰਨ ਦੇ, ਉਸ ਨੂੰ ਲੱਗਦਾ ਹੈ ਕਿ ਮੇਰਾ ਭੋਜਨ ਇੱਥੇ ਹੈ, ਔਰ ਜਦੋਂ ਉਸ ਨੂੰ ਪ੍ਰਾਪਤ ਕਰਨ ਲਈ ਜਦੋਂ ਉਹ ਉਸ ਦੇ ਨਜ਼ਦੀਕ ਜਾਂਦਾ ਹੈ ਤਾਂ ਉਸ ਵਿੱਚ ਗਿਰ ਜਾਂਦਾ ਹੈ, ਔਰ ਉਸ ਤੋਂ ਬਾਅਦ ਫਿਰ ਉਹ ਬਾਹਰ ਨਹੀਂ ਨਿਕਲ ਪਾਉਂਦਾ। ਇਸ ਤਰ੍ਹਾਂ ਨਾਲ ਉਸ ਕੀੜੇ ਦੀ ਮੌਤ ਹੋ ਜਾਂਦੀ ਹੈ, ਔਰ ਉਸ ਕੀੜੇ ਦੇ ਸਰੀਰ ਤੋਂ ਜਿਹੜਾ ਹੈ ਉਹ ਪਿਚਰ ਪਲਾਂਟ ਘੜਾ ਬੂਟੀ ਆਪਣਾ ਪੋਸ਼ਣ ਪ੍ਰਾਪਤ ਕਰ ਲੈਂਦਾ ਹੈ। ਦੇਖੋ ਪਿਆਰੇ ਵਿਦਿਆਰਥੀਓ, ਹੈ ਨਾ ਕਿੰਨਾ ਇੱਕ ਅਜੀਬ, ਔਰ ਕਿੰਨਾ ਕੁਦਰਤ ਦਾ ਕਿੰਨਾ ਸੋਹਣਾ ਤੁਸੀਂ ਵੇਖ ਸਕਦੇ ਹੋ ਕਿ ਕੁਦਰਤ ਨੇ ਕਿਹੋ ਜਿਹਾ ਉਸ ਨੂੰ ਤਰੀਕਾ ਦਿੱਤਾ ਹੈ ਜਿਸ ਨਾਲ ਉਹ ਆਪਣਾ ਪੋਸ਼ਣ ਪ੍ਰਾਪਤ ਕਰ ਸਕਦਾ ਹੈ। ਅੱਗੇ ਵਧਦੇ ਹਾਂ ਆਪਾਂ। ਇੱਕ ਕੈਟਾਗਰੀ ਹੋਰ ਆਉਂਦੀ ਹੈ ਆਪਣੇ ਕੋਲੇ, ਮ੍ਰਿਤ ਆਹਾਰੀ ਜੀਵ। ਕੁਝ ਜੀਵ ਅਜਿਹੇ ਹੁੰਦੇ ਹਨ ਜੋ ਮ੍ਰਿਤ ਜਿਹੜੀ ਚੀਜ਼ਾਂ ਹੁੰਦੀਆਂ ਹਨ ਉਹਨਾਂ ਉੱਪਰ ਆਪਣਾ ਪੋਸ਼ਣ ਪ੍ਰਾਪਤ ਕਰਦੀਆਂ ਹਨ। ਇਸ ਨੂੰ ਅਸੀਂ ਸੈਪਰੋਫਾਈਟ ਕਹਿੰਦੇ ਹੈਗੇ ਆ ਆਪਾਂ। ਤੁਸੀਂ ਪਹਿਚਾਣ ਸਕਦੇ ਹੋ, ਤੁਹਾਡੇ ਸਕਰੀਨ ਦੇ ਉੱਤੇ ਕੀ ਹੈ? ਤੁਸੀਂ ਬਿਲਕੁਲ ਸਹੀ ਪਹਿਚਾਣਿਆ, ਇਹ ਖੁੰਬਾਂ ਹੈਗੀਆਂ ਨੇ, ਇਹਨੂੰ ਮਸ਼ਰੂਮ ਵੀ ਕਿਹਾ ਜਾਂਦਾ ਹੈ। ਇਹ ਮਸ਼ਰੂਮ ਜਿਹੜੇ ਹੁੰਦੇ ਨੇ, ਇਹ ਡਿਕੇਇੰਗ ਜਿਹੜੇ ਪਾਰਟ ਹੁੰਦੇ ਹਨ
ਉਹਨਾਂ ਉੱਤੇ ਆਪਦੇ ਆਪ ਪੋਸ਼ਣ ਪ੍ਰਾਪਤ ਕਰਦੇ ਹਨ। ਇਹ ਮ੍ਰਿਤ, ਕਿਉਂਕਿ ਮ੍ਰਿਤ ਚੀਜ਼ਾਂ ਦੇ ਉੱਤੇ ਆਪਣੇ ਆਪ ਨੂੰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ, ਇਸ ਲਈ ਇਹਨਾਂ ਨੂੰ ਮ੍ਰਿਤ ਆਹਾਰੀ ਜੀਵ ਕਿਹਾ ਜਾਂਦਾ ਹੈ। ਸੋ ਇਹ ਮਸ਼ਰੂਮਸ ਦੀਆਂ ਵੱਖ-ਵੱਖ ਕੈਟਾਗਰੀਆਂ ਤੁਸੀਂ ਵੇਖ ਪਾ ਰਹੇ ਹੋ। ਕੁਝ ਜਿਹੜੇ ਮਸ਼ਰੂਮਸ ਹੁੰਦੇ ਹਨ ਉਹ ਖਾਣ ਲਾਇਕ ਹੁੰਦੇ ਹਨ, ਕੁਝ ਮਸ਼ਰੂਮ ਜਿਹੜੇ ਹੁੰਦੇ ਹਨ ਉਹ ਖਾਣ ਲਾਇਕ ਨਹੀਂ ਹੁੰਦੇ। ਤੁਸੀਂ ਵੇਖਿਆ ਹੋਣਾ ਸਰਦੀਆਂ ਦੇ ਵਿੱਚ ਆਮ ਤੌਰ 'ਤੇ ਮਸ਼ਰੂਮ ਦੀ ਸਬਜ਼ੀ ਬਣਾਈ ਜਾਂਦੀ ਹੈ, ਔਰ ਇਹ ਮਸ਼ਰੂਮ ਜੋ ਹੁੰਦੇ ਨੇ ਇਹ ਸਾਡੇ ਵਾਸਤੇ ਅੱਛੇ ਵੀ ਹੁੰਦੇ ਹਨ, ਪ੍ਰੋਟੀਨ ਹੁੰਦਾ ਇਹਨਾਂ ਵਿੱਚ ਕਾਫੀ ਮਾਤਰਾ ਦੇ ਵਿੱਚ, ਲੇਕਿਨ ਸਾਰੇ ਮਸ਼ਰੂਮ ਜੋ ਹੁੰਦੇ ਆ ਉਹ ਖਾਣ ਲਾਇਕ ਨਹੀਂ ਹੁੰਦੇ। ਕੁਝ ਮਸ਼ਰੂਮ ਜਿਹੜੇ ਹੁੰਦੇ ਉਹ ਜ਼ਹਿਰੀਲੇ ਵੀ ਹੋ ਸਕਦੇ ਹਨ। ਸੋ ਇਹ ਮ੍ਰਿਤ ਆਹਾਰੀ ਜੀਵ ਦੀ ਕੈਟਾਗਰੀ ਦੇ ਵਿੱਚ ਹੁੰਦੇ ਹਨ। ਤੁਸੀਂ ਇੱਕ ਚੀਜ਼ ਹੋਰ ਵੇਖੀ ਹੋਣੀ ਤੁਹਾਡੇ ਘਰ ਦੇ ਵਿੱਚ, ਤੁਸੀਂ ਬ੍ਰੈਡ, ਤੁਸੀਂ ਛੋਟਾ ਜਿਹਾ ਐਕਸਪੈਰੀਮੈਂਟ ਵੀ ਕਰ ਸਕਦੇ ਹੋ, ਛੋਟੀ ਜਿਹੀ ਕਿਰਿਆ ਵੀ ਕਰ ਸਕਦੇ ਹੋ ਕਿ ਇੱਕ ਬ੍ਰੈਡ ਨੂੰ ਜਾਂ ਰੋਟੀ ਜੋ ਹੈ ਉਸ ਨੂੰ ਭਿਉਂ ਕੇ ਕੋਈ ਸੀਲਣ ਵਾਲੀ ਥਾਂ ਦੇ ਉੱਤੇ, ਹਨੇਰੀ ਥਾਂ ਦੇ ਉੱਤੇ ਰੱਖ ਦਿਓ, ਤਾਂ ਤੁਸੀਂ ਵੇਖੋਗੇ ਕਿ ਉਸ ਦੇ ਉੱਤੇ ਉੱਲੀ ਲੱਗ ਜਾਂਦੀ ਹੈ। ਫੰਗਸ ਇਸ ਨੂੰ ਕਹਿੰਦੇ ਹਾਂ ਅਸੀਂ, ਇਹ ਫੰਗਸ ਲੱਗ ਜਾਂਦੀ ਹੈ। ਇਹ ਵੀ ਇੱਕ ਤਰ੍ਹਾਂ ਨਾਲ ਇਹ ਜਿਹੜਾ ਹੈ ਪਰਪੋਸ਼ੀ ਦੀ ਕੈਟਾਗਰੀ ਵਿੱਚ ਆਉਂਦੀ ਹੈ ਕਿ ਇੱਥੇ ਵੀ ਜੋ ਹੈ ਆਪਣੀ ਫੰਗਸ ਜੋ ਹੈ ਉਹ ਜਿਹੜਾ ਉੱਥੇ ਇਹ ਆਪਣਾ ਪੋਸ਼ਣ ਬ੍ਰੈਡ ਮੋਲਡ ਤੋਂ ਪ੍ਰਾਪਤ ਕਰ ਰਹੀ ਹੈ। ਇਹ ਫੰਗਸ ਦੀ ਇੱਕ ਕਿਸਮ ਹੈ। ਸੋ ਇਹ ਵੀ ਆਪਣੀ ਜਿਹੜੀ ਹੈ ਪਰਪੋਸ਼ੀ ਦੀ ਕੈਟਾਗਰੀ ਵਿੱਚ ਆ ਜਾਂਦੀ ਹੈ। ਤੁਸੀਂ ਵੇਖਿਆ ਹੋਣਾ ਪੱਤਿਆਂ ਦੇ ਉੱਤੇ ਕਈ ਵਾਰ ਇਸ ਤਰ੍ਹਾਂ ਦੇ ਦਾਗ ਵੇਖੇ ਹੋਣਗੇ। ਤੁਹਾਨੂੰ ਛੋਟਾ ਜਿਹਾ ਮੈਂ ਇੱਕ ਐਕਸਪੀਰੀਅੰਸ ਸ਼ੇਅਰ ਕਰਦਾ ਆਪਣਾ ਕਿ ਕੱਲ੍ਹ ਪਰਸੋਂ ਮੈਂ ਨਰਸਰੀ ਦੇ ਵਿੱਚ ਗਿਆ ਕੁਝ ਪੌਦੇ ਲੈਣ ਦੇ ਵਾਸਤੇ, ਔਰ ਦੇਖੋ ਮੈਂ ਜਿਵੇਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਸਾਇੰਸ ਜੋ ਹੁੰਦੀ ਹੈ ਉਹ ਆਮ ਲਾਈਫ ਦੇ ਵਿੱਚ ਹੁੰਦੀ ਹੈ। ਆਪਾਂ ਨੂੰ ਸਾਇੰਸ ਪੜ੍ਹਨ ਵਾਸਤੇ ਕਿਸੇ ਲੈਬ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਜਦੋਂ ਮੈਂ ਉਹ ਪੌਦਾ ਲੈਣ ਵਾਸਤੇ ਗਿਆ, ਮੈਂ ਆਂਵਲਾ ਲਗਾਉਣਾ ਚਾਹੁੰਦਾ ਸੀ ਆਪਦੇ ਘਰ ਦੇ ਬਾਹਰ, ਆਂਵਲੇ ਦਾ ਬੂਟਾ ਲਗਾਉਣਾ ਚਾਹੁੰਦਾ ਸੀ, ਤਾਂ ਮੈਂ ਉਸ ਕੋਲੋਂ ਬੂਟਾ ਲੈ ਲਿਆ ਔਰ ਮੈਂ ਉਸ ਤੋਂ ਪੁੱਛਿਆ ਕਿ ਮੈਨੂੰ ਇਸ ਬੂਟੇ ਨੂੰ ਕੀ ਮੈਨੂੰ ਪ੍ਰੀਕੌਸ਼ਨ, ਕੀ ਸਾਵਧਾਨੀਆਂ ਵਰਤਣੀਆਂ ਹਨ। ਤਾਂ ਉਸਨੇ ਮੈਨੂੰ ਕਿਹਾ ਕਿ ਸਰ ਤੁਸੀਂ ਇਸ ਨੂੰ ਫੰਗਸ ਤੋਂ ਬਚਾਉਣਾ ਹੈ, ਕਿ ਉੱਲੀ ਤੋਂ ਬਚਾਉਣਾ ਹੈ, ਕਿਉਂਕਿ ਅਗਰ ਇਹ ਉੱਲੀ ਲੱਗ ਗਈ ਤਾਂ ਇਹ ਇਸਨੇ ਇਸ ਪੌਦੇ ਨੂੰ ਖਤਮ ਕਰ ਦੇਣਾ ਹੈ। ਸੋ ਉਸ ਦੇ ਵਾਸਤੇ ਉਸਨੇ ਮੈਨੂੰ ਦਵਾਈ ਦਿੱਤੀ, ਤਾਂ ਮੈਂ ਉਹ ਦਵਾਈ ਦਾ ਛਿੜਕਾਅ ਉਸ ਪੌਦੇ ਉੱਤੇ ਕਰ ਦਿੱਤਾ। ਤਾਂ ਫੰਗਸ ਜਿਹੜੀ ਹੈ, ਇਹ ਉੱਲੀ ਜਿਹੜੀ ਹੈ, ਇਹ ਵੀ ਇੱਕ ਜਿੰਦਾ ਪੌਦੇ ਦੇ ਉੱਤੇ ਆਪਣਾ ਪੋਸ਼ਣ, ਕਿਉਂਕਿ ਆਪਣਾ ਪੋਸ਼ਣ ਖੁਦ ਨਹੀਂ ਬਣਾ ਰਿਹਾ, ਆਪਣਾ ਭੋਜਨ ਖੁਦ ਨਹੀਂ ਬਣਾ ਰਹੀ, ਇਹ ਇੱਕ ਪੌਦੇ ਦੇ ਉੱਤੇ ਨਿਰਭਰ ਕਰ ਰਹੀ ਹੈ, ਦੂਜੇ ਪੌਦੇ ਦੇ ਉੱਤੇ ਨਿਰਭਰ ਕਰ ਰਹੀ ਹੈ। ਸੋ ਇਹ ਵੀ ਕਿਹੜੀ ਕੈਟਾਗਰੀ ਵਿੱਚ ਆ ਜਾਂਦਾ ਹੈ? ਮ੍ਰਿਤ ਆਹਾਰੀ ਜੀਵ, ਕਿ ਇਹ ਆ ਜਾਂਦੇ ਉਹ ਪਰਪੋਸ਼ੀ ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਹੈ। ਐਵੇਂ ਤੁਸੀਂ ਵੇਖਿਆ ਹੋਣਾ ਕਈ ਵਾਰ ਮੈਂ ਨੋਟ ਕੀਤਾ ਬਾਰਿਸ਼ ਦੇ ਦਿਨਾਂ ਦੇ ਵਿੱਚ ਆਮ ਤੌਰ 'ਤੇ ਜਿਹੜਾ ਰੁੱਖ ਹੁੰਦੇ ਨੇ ਉਹਨਾਂ ਉੱਤੇ ਵੀ ਇਸ ਤਰ੍ਹਾਂ ਦੀ ਕੋਈ ਸੰਰਚਨਾ ਤੁਹਾਨੂੰ ਦਿਖਾਈ ਦਿੰਦੀ ਹੋਊਗੀ। ਇਹ ਵੀ ਇੱਕ ਫੰਗਸ ਦੀ ਕਿਸਮ ਹੈ। ਦਰਖਤ ਨੂੰ ਵੀ ਫੰਗਸ ਲੱਗ ਸਕਦੀ ਹੈ। ਇਹ ਵੀ ਉੱਥੇ ਇਹ ਹੁਣ ਜਿਹੜੀ ਫੰਗਸ ਹੈ ਇਹ ਆਪਣਾ ਪੋਸ਼ਣ ਕਿੱਥੋਂ ਪ੍ਰਾਪਤ ਕਰ ਰਹੀ ਹੈ? ਇਹ ਪੋਸ਼ਣ ਉਸ ਰੁੱਖ ਤੋਂ ਪ੍ਰਾਪਤ ਜਿਹੜੀ ਹੈ ਉਹ ਕਰ ਰਹੀ ਹੈ। ਸੋ ਇਹ ਆਪਣੀ ਮ੍ਰਿਤ ਆਹਾਰੀ ਕੈਟਾਗਰੀ ਦੇ ਵਿੱਚ ਆ ਜਾਂਦਾ ਹੈ। ਸੋ ਹੁਣ ਆਪਾਂ ਕੁਝ ਪ੍ਰਸ਼ਨ ਜਿਹੜੇ ਨੇ ਉਹ ਡਿਸਕਸ ਕਰ ਲਈਏ, ਦੇਖ ਲਈਏ ਕਿ ਕਿਹੜੇ ਕਿਹੜੇ ਪ੍ਰਸ਼ਨ ਆਪਾਂ ਨੂੰ ਪੇਪਰ ਵਿੱਚ ਪੁੱਛੇ ਜਾ ਸਕਦੇ ਹਨ। ਪਹਿਲਾ ਪ੍ਰਸ਼ਨ ਹੈ ਜੀ, ਜੀਵਾਂ ਨੂੰ ਭੋਜਨ ਦੀ ਜ਼ਰੂਰਤ ਕਿਉਂ ਹੁੰਦੀ ਹੈ? ਸੋ ਇਸ ਪ੍ਰਸ਼ਨ ਦਾ ਤੁਸੀਂ ਉੱਤਰ ਦੇ ਸਕਦੇ ਹੋ। ਜੀਵਾਂ ਨੂੰ ਭੋਜਨ ਦੀ ਜ਼ਰੂਰਤ ਕਿਉਂ ਹੁੰਦੀ ਹੈ? ਤੁਸੀਂ ਸਾਰੇ ਭੋਜਨ ਖਾਂਦੇ ਹੋ, ਕਿਉਂ ਖਾਂਦੇ ਹੋ? ਤੁਹਾਨੂੰ ਤੁਸੀਂ ਨਹੀਂ ਖਾਓਗੇ ਤਾਂ ਕੀ ਹੋਏਗਾ? ਅਗਰ ਤੁਸੀਂ ਜਿਹੜਾ ਸੋਚੋ ਕਿ ਅਗਰ ਆਪਾਂ ਭੋਜਨ ਨਾ ਕਰੀਏ 2-4 ਦਿਨ ਤਾਂ ਆਪਣੀ ਹਾਲਤ ਕੀ ਹੋ ਜਾਂਦੀ ਹੈ। ਸੋ ਤੁਸੀਂ ਇਹ ਸੋਚੋ ਜ਼ਰਾ ਕਿ ਆਪਾਂ ਨੂੰ ਭੋਜਨ ਦੀ ਜ਼ਰੂਰਤ ਕਿਉਂ ਹੁੰਦੀ ਹੈ, ਕਿਸ ਲਈ ਆਪਾਂ ਭੋਜਨ ਕਰਦੇ ਹਾਂ। ਸੋ ਦਿਸ ਇਜ਼ ਯੂਰ ਫਸਟ ਕੁਐਸਚਨ, ਤੁਸੀਂ ਇਸ ਨੂੰ ਹੋਮਵਰਕ ਦੇ ਤੌਰ ਤੇ ਕਰਨਾ ਹੈ ਜੀ। ਸੈਕਿੰਡ ਹੈ ਜੀ, ਪਰਜੀਵੀ ਅਤੇ ਮ੍ਰਿਤ ਜੀਵੀ ਵਿੱਚ ਕੀ ਅੰਤਰ ਹੈ? ਇੱਕ ਪੈਰਾਸਾਈਟ ਹੁੰਦਾ ਹੈ, ਉਹਦੀ ਗੱਲ ਆਪਾਂ ਨਹੀਂ ਕੀਤੀ ਟੌਪਿਕ ਦੇ ਵਿੱਚ, ਤੁਸੀਂ ਆਪਣੇ ਅਧਿਆਪਕ ਦੇ ਨਾਲ ਗੱਲ ਕਰਨੀ ਹੈ। ਔਰ ਮ੍ਰਿਤ ਜੀਵੀ ਵਿੱਚ ਕੀ ਅੰਤਰ ਹੁੰਦਾ ਹੈ? ਪਰਜੀਵੀ ਔਰ ਮ੍ਰਿਤ ਜੀਵੀ। ਪਰਜੀਵੀ ਤੁਹਾਨੂੰ ਦੱਸਦਾ, ਉਦਾਹਰਨ ਦੇ ਦੇਵਾਂ ਕਿ ਜਿਵੇਂ ਤੁਹਾਡੀ ਜਿਵੇਂ ਕਈਆਂ ਨੂੰ ਜੂਆਂ ਪੈ ਜਾਂਦੀਆਂ ਸਿਰ ਦੇ ਵਿੱਚ, ਤਾਂ ਉਹ ਜਿਹੜੀ ਜੂਆਂ ਨੇ ਉਹ ਪਰਜੀਵੀ ਹਨ। ਸੋ ਉਹਨਾਂ ਵਿੱਚ ਕੀ ਫਰਕ ਹੁੰਦਾ ਹੈ? ਪਰਜੀਵੀ ਔਰ ਮ੍ਰਿਤ ਜੀਵੀ ਦੇ ਵਿੱਚ ਕੀ ਅੰਤਰ ਹੈ? ਦਿਸ ਇਜ਼ ਯੂਰ ਕੁਐਸਚਨ ਨੰਬਰ 2। ਹਰੇ ਪੌਦਿਆਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਦੀ ਸੰਖੇਪ ਵਿਆਖਿਆ ਕਰੋ। ਇਹ ਵੀ ਆਪਾਂ ਹੁਣ ਕਰ ਸਕਦੇ ਹਾਂ ਈਜ਼ੀਲੀ, ਤੁਹਾਨੂੰ ਸਮਝਾਇਆ ਮੈਂ ਪਿੱਛੇ ਕਿ ਪ੍ਰਕਾਸ਼ ਸੰਸ਼ਲੇਸ਼ਣ ਕਿਵੇਂ ਕੀ ਹੁੰਦਾ ਹੈ। ਡਾਇਗਰਾਮ ਦੇ ਨਾਲ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਵੀ ਜਿਹੜਾ ਉਹ ਦੇ ਸਕਦੇ ਹੋ। ਨੈਕਸਟ ਕੁਐਸਚਨ ਹੈ ਜੀ, ਕਿਸੇ ਪ੍ਰਵਾਹ ਚਿੱਤਰ ਦੀ ਸਹਾਇਤਾ ਨਾਲ ਦਰਸਾਓ ਕਿ ਪੌਦੇ ਭੋਜਨ ਦੇ ਮੂਲ ਸਰੋਤ ਹਨ। ਦੇਖੋ ਆਪਣਾ ਭੋਜਨ ਦਾ ਮੂਲ ਜਿਹੜਾ ਸਰੋਤ ਕੀ ਹੈ ਉਹ ਪੌਦੇ ਹਨ। ਉਹ ਆਪਾਂ ਇੱਕ ਪ੍ਰਵਾਹ ਚਿੱਤਰ ਦੇ ਨਾਲ ਤੁਸੀਂ ਆਪਣੀ ਕਿਤਾਬ ਦੀ ਸਹਾਇਤਾ ਲੈ ਕੇ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਦੇ ਸਕਦੇ ਹੋ ਕਿ ਪ੍ਰਵਾਹ ਚਿੱਤਰ ਦੀ ਸਹਾਇਤਾ ਨਾਲ ਆਪਾਂ ਕਿਵੇਂ ਦਰਸਾਵਾਂਗੇ ਕਿ ਪੌਦੇ ਭੋਜਨ ਦਾ ਮੂਲ ਸਰੋਤ ਹਨ। ਕੀਟਾਂ ਨੂੰ ਫੜ ਕੇ ਆਪਣਾ ਭੋਜਨ ਬਣਾਉਣ ਵਾਲੇ ਪੌਦੇ ਦਾ ਕੀ ਨਾਮ ਹੈ? ਆਪਾਂ ਡਿਸਕਸ ਕੀਤਾ ਸੀ ਨਾ
ਕਿ ਕਿਹੜਾ ਜਿਹੜਾ ਪੌਦਾ ਹੈ ਉਹ ਕੀਟਾਂ ਨੂੰ ਫੜ ਕੇ ਆਪਣਾ ਭੋਜਨ ਬਣਾਉਂਦਾ ਹੈ, ਉਸ ਪੌਦੇ ਦਾ ਨਾਮ ਤੁਸੀਂ ਦੱਸਣਾ ਹੈ। ਹੋਰ ਵੀ ਤੁਹਾਨੂੰ ਮੈਂ ਇੱਕ ਦੱਸਿਆ ਸੀ, ਹੋਰ ਵੀ ਹੋ ਸਕਦਾ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਕਰਕੇ, ਨੈਟ ਦੀ ਵਰਤੋਂ ਕਰਕੇ ਪਤਾ ਲਗਾ ਸਕਦੇ ਹੋ ਵੀ ਕਿਹੜੇ ਕਿਹੜੇ ਅਜਿਹੇ ਪੌਦੇ ਹਨ ਜੋ ਕੀਟਾਂ ਨੂੰ ਫੜ ਕੇ ਆਪਣਾ ਭੋਜਨ ਬਣਾਉਂਦੇ ਹਨ। ਇੱਕ ਬੜਾ ਇੰਪੋਰਟੈਂਟ ਮੈਂ ਕੁਐਸਚਨ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ। ਇਹ ਥੋੜਾ ਜਿਹਾ ਕੁਐਸਚਨ ਅਲੱਗ ਤਰ੍ਹਾਂ ਦਾ ਹੈ। ਤੁਸੀਂ ਆਪਣੇ ਟੀਚਰ ਦੇ ਨਾਲ ਗੱਲਬਾਤ ਕਰਨੀ ਹੈ ਔਰ ਨੈਟ ਤੋਂ ਟਰਾਈ ਕਰਨਾ ਹੈ ਕਿ ਜਿਹੜਾ ਕੜਾ ਬੂਟੀ ਹੈ, ਪਿਚਰ ਪਲਾਂਟ ਹੈ, ਉਹ ਹਰਾ ਹੁੰਦਾ ਹੈ। ਕੀਪ ਇਨ ਮਾਈਂਡ ਕਿ ਉਹ ਹਰਾ ਹੁੰਦਾ ਹੈ, ਬਟ ਫਿਰ ਵੀ ਉਹ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਨਾਲ ਆਪਣਾ ਭੋਜਨ ਕਿਉਂ ਨਹੀਂ ਬਣਾਉਂਦਾ। ਦੇਖੋ, ਸੋਚਣ ਵਾਲੀ ਗੱਲ ਹੈ, ਕਿਉਂ ਹੁੰਦਾ ਹੈ, ਕਿਵੇਂ ਹੁੰਦਾ ਹੈ। ਜਿੰਨਾ ਤੁਸੀਂ ਸੋਚੋਗੇ ਉਹਨਾਂ ਤੁਹਾਨੂੰ ਜ਼ਿਆਦਾ ਗਿਆਨ ਪ੍ਰਾਪਤ ਹੋਏਗਾ। ਸੋ ਤੁਸੀਂ ਇਹ ਕੁਐਸਚਨਸ ਆਪਣੇ ਟੀਚਰ ਨਾਲ ਡਿਸਕਸ ਕਰਨਾ ਹੈ ਕਿ ਪਿਚਰ ਪਲਾਂਟ ਜੋ ਕੜਾ ਬੂਟੀ ਹੈ ਉਹ ਹਰਾ ਹੋਣ ਦੇ ਬਾਵਜੂਦ ਵੀ ਪ੍ਰਕਾਸ਼ ਸੰਸ਼ਲੇਸ਼ਣ ਕਿਉਂ ਨਹੀਂ ਕਰਦਾ ਔਰ ਉਹ ਕੀਟਾਂ ਨੂੰ ਫੜ ਕੇ ਆਪਣਾ ਭੋਜਨ ਕਿਉਂ ਬਣਾਉਂਦਾ ਹੈ। ਸੋ ਦਿਸ ਇਜ਼ ਇਹ ਆਊਟ ਆਫ ਬਾਕਸ ਕੁਐਸਚਨ ਹੈ। ਇਹ ਤੁਸੀਂ ਇਸ ਨੂੰ ਵੀ ਡਿਸਕਸ ਕਰਨਾ ਹੈ ਆਪਣੇ ਟੀਚਰ ਦੇ ਨਾਲ। ਸੋ ਇੱਕ ਵਾਰੀ ਆਪਾਂ ਰੀਕੈਪ ਲੈ ਲਈਏ, ਇਸ ਤੋਂ ਪਹਿਲਾਂ ਆਪਣੀ ਟੌਪਿਕ ਨੂੰ ਖਤਮ ਕਰੀਏ ਆਪਾਂ। ਸੋ ਆਪਾਂ ਗੱਲਬਾਤ ਕੀਤੀ ਪ੍ਰਕਾਸ਼ ਸੰਸ਼ਲੇਸ਼ਣ ਦੀ, ਕੀ ਹੁੰਦਾ ਹੈ ਤੁਸੀਂ ਦੱਸ ਸਕਦੇ ਹੋ। ਆਪਾਂ ਪਰਪੋਸ਼ੀ ਸਵੈਪੋਸ਼ੀ ਦੀ ਗੱਲ ਕੀਤੀ, ਆਪਾਂ ਗੱਲ ਕੀਤੀ ਜਿਹੜੀ ਕੁਝ ਹੋਰ ਵਿਧੀਆਂ ਜਿਹੜੀਆਂ ਨੇ ਉਹਨਾਂ ਦੀ ਗੱਲ ਕੀਤੀ, ਆਪਾਂ ਪਿਚਰ ਪਲਾਂਟ ਬਾਰੇ ਗੱਲ ਕੀਤੀ, ਆਪਾਂ ਅਮਰਵੇਲ ਬਾਰੇ ਗੱਲ ਕੀਤੀ, ਆਪਾਂ ਉੱਲੀ ਬਾਰੇ ਗੱਲ ਕੀਤੀ, ਆਪਾਂ ਮਸ਼ਰੂਮਸ ਜਿਹੜੀ ਹੈ ਉਹ ਫੰਗਸ ਬਾਰੇ ਗੱਲ ਕੀਤੀ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਜਿਹੜਾ ਟੌਪਿਕ ਹੈ ਉਹ ਸਮਝ ਆ ਗਿਆ ਹੋਵੇਗਾ। ਹੁਣ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਜਿਹੜੇ ਨੇ ਉਹ ਆਪਣੀ ਕਾਪੀ ਦੇ ਵਿੱਚ ਨੋਟ ਕਰਨੇ ਨੇ। ਦਿਸ ਇਜ਼ ਹੋਮਵਰਕ ਫॉर ਯੂ। ਆਪਣੀ ਕਿਤਾਬ ਦੀ ਵਰਤੋਂ ਕਰਦੇ ਹੋਏ ਤੁਸੀਂ ਇਹ ਕੁਐਸਚਨਸ ਕੰਪਲੀਟ ਕਰਨੇ ਨੇ। ਇਜਾਜ਼ਤ ਦਿਓ, ਇਸ ਤੋਂ ਬਾਅਦ ਆਪਾਂ ਫਿਰ ਮਿਲਾਂਗੇ ਔਰ ਇੱਕ ਹੋਰ ਟੌਪਿਕ ਦੇ ਨਾਲ। ਟਿਲ ਦੈਨ